ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਦੁਖ ਬਿਨ ਸੇ ਸੰਸਾ ਗਇਓ, ਸ਼ਰਨ ਗਹੀ ਹਰਿ ਰਾਏ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਪੌੜੀ। ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕਿਲ ਵਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਹਾਲਤ ਪਲਤ ਮੁਖ ਉਜਲਾ, ਨੈ ਪੋਹੈ ਤਿਸ ਮਾਏ। ਸੋ ਕਰਤਾ ਸੋ ਸੁਰਤਾ ਸੋ ਵੈਸਨੋ, ਸੋ ਗਿਆਨੀ ਧਨਵੰਤ। ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਖੱਤਰੀ ਬ੍ਰਾਹਮਣ ਸ਼ੂਦ ਬੈਸ, ਉਦਰੈ ਸਿਮਰ ਚੰਡਾਲ। ਜਿਨ ਜਾਣਿਓ ਪ੍ਰਭ ਆਪਨਾ, ਨਾਨਕ ਤਿਸੈ ਰਵਾਲ। ਖੱਤਰੀ ਬ੍ਰਾਹਮਣ ਸ਼ੂਦ ਵੈਸ, ਉਦਰੇ ਸਿਮਰ ਚੰਡਾਲ। ਜਿਨ ਜਾਣਿਓ ਪ੍ਰਭ ਆਪਨਾ, ਨਾਨਕ ਤਿਸੈ ਰਵਾਲ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 300 ਗੌੜੀ ਥਿੱਤੀ ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਜੀ। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਮੇ ਸਮੇਂ ਤੋਂ ਆਪਾਂ ਲੜੀਵਾਰ ਵਿਚਾਰ ਦੇ ਨਾਲ ਜੁੜੇ ਹੋਏ ਹਾਂ। ਲੜੀਵਾਰ ਆਪਾਂ ਥਿੱਤਾਂ ਦੇ ਬਾਰੇ ਵਿਚਾਰ ਕੀਤੀ ਹੈ। ਕੱਲ ਪੂਰਨਮਾਸ਼ੀ ਦੇ ਬਾਰੇ ਵਿਚਾਰ ਕੀਤੀ ਸੀ। ਆਓ ਗੁਰੂ ਅਰਜਨ ਸਾਹਿਬ ਮਹਾਰਾਜ ਅਗਲੇ ਸ਼ਲੋਕ ਅੰਦਰ 17 ਨੰਬਰ ਪੌੜੀ ਹੈ ਜੀ, 17 ਨੰਬਰ ਸ਼ਲੋਕ ਹੈ, 17 ਨੰਬਰ ਪੌੜੀ ਹੈ। ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਕੀ ਸੁਨੇਹਾ ਦੇ ਰਹੇ ਨੇ? ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਦੁੱਖ ਬਿਨਸੇ ਸੰਸਾ ਗਇਓ, ਸ਼ਰਨ ਗਹੀ ਹਰਿ ਰਾਏ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ।
ਪਾਤਸ਼ਾਹ ਜੀ ਇੱਥੇ ਜਿਹੜੇ ਆਪਾਂ ਨੂੰ ਵਿਚਾਰ ਦੇ ਰਹੇ ਨੇ, ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਦੁੱਖ ਖਤਮ ਹੋ ਗਿਆ, ਨਾਸ਼ ਹੋ ਗਿਆ। ਕਿਵੇਂ? ਹੇ ਨਾਨਕ, ਜਿਸ ਮਨੁੱਖ ਨੇ ਪ੍ਰਭੂ ਪਾਤਸ਼ਾਹ ਦਾ ਆਸਰਾ ਲਿਆ ਉਸ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਸ ਦੇ ਅੰਦਰੋਂ ਹਰੇਕ ਕਿਸਮ ਦਾ ਸਹਿਮ ਦੂਰ ਹੋ ਗਿਆ। ਪਰਮਾਤਮਾ ਦੇ ਗੁਣ ਗਾ ਕੇ ਉਸਨੇ ਆਪਣੇ ਮਨ ਵਿੱਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ਨੇ। ਹੁਣ ਧਿਆਨ ਰੱਖਿਓ ਜੀ, ਇੱਥੇ ਮਹਾਰਾਜ ਨੇ ਬੜੀ ਪਿਆਰੀ ਵਿਚਾਰ ਦਿੱਤੀ ਹੈ। ਪਾਤਸ਼ਾਹ ਜੀ ਕਹਿੰਦੇ ਦੁੱਖ ਬਿਨਸੇ ਸੰਸਾ ਗਇਓ, ਸ਼ਰਨ ਗਹੀ ਹਰਿ ਰਾਏ। ਦੁੱਖ ਤੇ ਸੰਸਾ, ਭਰਮ ਕਹਿ ਲੋ, ਸੰਸਾ ਕਹਿ ਲੋ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਅੰਦਰ ਦਾ ਜਿਹੜਾ ਦੁੱਖ ਆ ਨਾ, ਅੰਦਰ ਦੀ ਪੀੜਾ ਜਿਹੜੀ, ਉਹ ਕਿਵੇਂ ਖਤਮ ਹੋਵੇਗੀ? ਵਾਰੀ ਤੌਰ ਤੇ ਕੋਈ ਸਰੀਰ ਨੂੰ ਰੋਗ ਲੱਗ ਗਿਆ, ਕੋਈ ਦੁੱਖ ਲੱਗ ਗਿਆ, ਆਪਾਂ ਇਲਾਜ ਕਰਵਾਉਂਦੇ ਆ ਵੀ ਮੇਰੇ ਸਰੀਰ ਨੂੰ ਆ ਰੋਗ ਲੱਗ ਗਿਆ, ਦੁੱਖ ਲੱਗ ਗਿਆ, ਤਾਂ ਇਲਾਜ ਕਰੋ, ਡਾਕਟਰ ਨੂੰ ਆਪਾਂ ਕਹਿੰਦੇ ਆ। ਪਰ ਮਹਾਰਾਜ ਨੇ ਇੱਥੇ ਬਾਣੀ ਦੇ ਅੰਦਰ ਅੰਦਰ ਦੇ ਦੁੱਖ ਦੀ ਹਾਲਤ ਆ ਨਾ ਜਿਹੜੀ, ਜਦੋਂ ਅੰਦਰ ਦੁੱਖ ਲੱਗਦਾ ਮਨੁੱਖ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ, ਉਹ ਗੱਲ ਮਹਾਰਾਜ ਕਹਿ ਰਹੇ ਨੇ, ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਦੁੱਖ ਬਿਨਸੇ, ਦੁੱਖ ਦੂਰ ਹੋ ਗਿਆ। ਜਿਹੜਾ ਅੰਦਰ ਦੁੱਖ ਲੱਗਿਆ ਹੋਇਆ ਸੀ, ਮਨ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ, ਮਨ ਦੁੱਖਾਂ ਦੇ ਵਿੱਚ ਫਸਿਆ ਹੋਇਆ ਸੀ। ਦੁੱਖ ਬਿਨਸੇ ਸੰਸਾ ਗਇਓ। ਸੰਸਾ ਦਾ ਅਰਥ ਹੁੰਦਾ ਜੀ ਭਰਮ, ਭੁਲੇਖਾ ਕਹਿ ਦਿੰਦੇ ਜਿਹਨੂੰ ਆਪਾਂ। ਜਦੋਂ ਦੁੱਖ ਦੂਰ ਹੋ ਗਿਆ ਫਿਰ ਭੁਲੇਖਾ ਵੀ ਦੂਰ ਹੋ ਗਿਆ। ਸ਼ਰਨ ਗਹੀ ਹਰਿ ਰਾਏ, ਮੈਂ ਉਸ ਪਰਮਾਤਮਾ ਦੀ, ਹਰਿ ਰਾਏ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ, ਉਹਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ਅੰਦਰ ਦਾ ਦੁੱਖ ਵੀ ਖਤਮ ਹੋ ਗਿਆ, ਅੰਦਰ ਦਾ ਸੰਸਾ ਵੀ ਖਤਮ ਹੋ ਗਿਆ। ਮਨ ਚਿੰਦੇ ਫਲ ਪਾਇਆ, ਨਾਨਕ ਹਰਿ ਗੁਣ ਗਾਏ। ਮਨ ਚਿੰਦੇ, ਮਨ ਦੀ ਇੱਛਾ ਮੁਤਾਬਕ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰ ਦਾ ਦੁੱਖ ਦੂਰ ਹੋ ਗਿਆ, ਸੰਸਾ ਦੂਰ ਹੋ ਗਿਆ, ਫਿਰ ਮਨ ਚਿੰਦੇ, ਮਨ ਦੀ ਖੁਆਇਸ਼, ਮਨ ਦੇ ਜਿਹੜੇ ਖਿਆਲ ਨੇ ਉਹ ਪੂਰੇ ਹੋ ਜਾਂਦੇ ਨੇ। ਚੇਤੇ ਕਰਿਓ, ਸਤਿਗੁਰ ਮਹਾਰਾਜ ਕਹਿੰਦੇ ਗੁਰੂ ਆ ਨਾ, ਜਿਹੜਾ ਗੁਰੂ, ਉਹ ਮਨੁੱਖ ਦੀ ਹਰ ਇੱਕ ਇੱਛਾ ਪੂਰੀ ਕਰਦਾ ਹੈ। ਆਪਾਂ ਚੌਥੇ ਪਾਤਸ਼ਾਹ ਦਾ ਬਚਨ ਪੜ੍ਹਦੇ ਹੁੰਦੇ ਹਾਂ ਜੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਹਿੰਦੂ ਮਤ ਦੇ ਵਿੱਚ ਇੱਕ ਗੱਲ ਮੰਨੀ ਜਾਂਦੀ ਹੈ ਵੀ ਜਿਹੜੀਆਂ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਦੀਆਂ ਨੇ, ਕਾਮ ਧੇਨ ਗਾਂ ਹੈ, ਉਹ ਸਾਡੀ ਇੱਛਾ ਪੂਰੀਆਂ ਕਰਦੀ ਹੈ। ਪਰ ਗੁਰਬਾਣੀ ਦੇ ਅੰਦਰ ਚੌਥੇ ਪਾਤਸ਼ਾਹ ਜੀ ਕਹਿ ਰਹੇ ਨੇ ਸਾਡੇ ਵਾਸਤੇ ਪ੍ਰਮਾਤਮਾ ਹੀ ਸਭ ਕੁਝ ਹੈ, ਉਹ ਅਕਾਲ ਪੁਰਖ ਹੀ ਸਭ ਕੁਝ ਹੈ, ਸਾਡੀਆਂ ਇੱਛਾ ਪੂਰੀਆਂ ਕਰਦਾ ਹੈ। ਮੈਂ ਇੱਕ ਦਿਨ ਲੜੀ ਦੇ ਤਹਿਤ ਗੱਲ ਕੀਤੀ ਸੀ ਵੀ ਜੇ ਆਪਾਂ ਇੱਛਾ ਦੀ ਗੱਲ ਕਰਾਂਗੇ ਨਾ, ਹਰ ਇੱਕ ਬੰਦੇ ਦੀ ਵੱਖੋ ਵੱਖਰੀ ਇੱਛਾ ਹੈ। ਕਿਸੇ ਦੀ ਕੋਈ ਇੱਛਾ ਹੋ ਸਕਦੀ ਹੈ, ਕਿਸੇ ਦੀ ਕੋਈ ਇੱਛਾ ਹੋ ਸਕਦੀ ਹੈ। ਗੁਰੂ ਕੇ ਦਰਬਾਰ ਅੰਦਰ ਹਰ ਕੋਈ ਬੰਦਾ ਕੋਈ ਕੁਝ ਮੰਗ ਰਿਹਾ, ਕੋਈ ਕੁਝ ਮੰਗ ਰਿਹਾ। ਰੱਬ ਦਾ ਜਿਹੜਾ ਪਿਆਰਾ ਬਣ ਜਾਂਦਾ ਨਾ, ਰੱਬ ਦਾ ਸੇਵਕ ਬਣ ਜਾਂਦਾ, ਉਹਦੀ ਇੱਛਾ ਵੀ ਗੁਰੂ ਮੁਤਾਬਕ ਬਣ ਜਾਂਦੀ ਹੈ। ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਗੁਰੂ ਕਹਿੰਦਾ ਨਾ, ਉਹਨੂੰ ਭਲਾ ਕਰਕੇ ਸਤ ਕਰਕੇ ਮੰਨਦਾ ਹੈ। ਹੁਣ ਦੁਨਿਆਵੀ ਤੌਰ ਤੇ ਸਾਡੀਆਂ ਇੱਛਾ ਤਾਂ ਬਹੁਤ ਨੇ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਦੁਨਿਆਵੀ ਤੌਰ ਤੇ ਸਾਡੇ ਮਨ ਦੇ ਫੁਰਨੇ, ਮਨ ਦੇ ਖਿਆਲ ਪਤਾ ਨਹੀਂ ਕਿੰਨੇ ਕੁ ਪੁੱਜਦੇ ਨੇ। ਪਰ ਸਤਿਗੁਰ ਮਹਾਰਾਜ ਕਹਿ ਰਹੇ ਨੇ ਜਿਹੜਾ ਰੱਬ ਦਾ ਪਿਆਰਾ ਹੁੰਦਾ, ਰੱਬ ਦਾ ਸੇਵਕ ਹੁੰਦਾ, ਉਹਦੀ ਇੱਛਾ ਪਤਾ ਕੀ ਹੁੰਦੀ ਆ? ਮੰਗਣ ਦੀ ਭਾਵਨਾ ਉਹਦੀ ਪਤਾ ਕੀ ਹੁੰਦੀ ਆ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਉਹਦੀ ਇੱਛਾ, ਉਹਨੂੰ ਇੱਛਾ ਦਾ ਫਲ ਵੀ ਮਿਲਦਾ ਹੈ। ਮਨ ਚਿੰਦੇ, ਮਨ ਚਿਤਵੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਉਸ ਰੱਬ ਦੇ, ਉਸ ਪਰਮਾਤਮਾ ਦੇ ਗੁਣ ਗਾ ਕੇ। ਅੱਗੇ ਪੌੜੀ ਅੰਦਰ ਮਹਾਰਾਜ ਕਹਿ ਰਹੇ ਨੇ ਜੀ, ਕੋਈ ਗਾਵੇ ਕੋ ਸੁਣੈ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪੌੜੀ ਦੇ ਅੰਦਰ ਕਹਿ ਰਹੇ ਨੇ ਜੀ,
ਪਾਤਸ਼ਾਹ ਜੀ ਸਮਝਾ ਰਹੇ ਨੇ, ਜਿਹੜਾ ਕੋਈ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਹੜਾ ਕੋਈ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਸੁਣਦਾ ਹੈ, ਕੋਈ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਆਪਣੇ ਮਨ ਵਿੱਚ ਵਸਾਉਂਦਾ ਹੈ, ਉਹਦੀ ਸਿਫਤ ਸਲਾਹ ਦਾ ਉਪਦੇਸ਼ ਹੋਰਨਾਂ ਨੂੰ ਸੁਣਾਉਂਦਾ ਦਿੰਦਾ ਹੈ ਉਪਦੇਸ਼। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪੌੜੀ ਦੇ ਅੰਦਰ, ਕੋਈ ਗਾਵੇ ਕੋ ਸੁਣੈ, ਕੋਈ ਗਾ ਰਿਹਾ ਕੋ ਸੁਣ ਰਿਹਾ। ਰੱਬ ਦੇ ਉਪਦੇਸ਼ ਨੂੰ, ਰੱਬ ਦੀ ਸਿਫਤ ਸਲਾਹ ਨੂੰ ਕੋਈ ਕਰੇ ਵਿਚਾਰ, ਕੋਈ ਵਿਚਾਰ ਕਰਦਾ। ਰੱਬ ਦਾ ਸੁਨੇਹਾ ਕੋਈ ਗਾਉਂਦਾ, ਕੋਈ ਵਿਚਾਰਦਾ। ਅੱਗੇ ਮਹਾਰਾਜ ਕਹਿ ਰਹੇ ਨੇ, ਕੋ ਉਪਦੇਸ਼ੈ ਕੋ ਦ੍ਰਿੜ ਹੈ, ਕੋਈ ਉਹਦੇ ਉਪਦੇਸ਼ ਨੂੰ ਪੱਕਾ ਕਰਕੇ, ਦ੍ਰਿੜ ਕਰਕੇ ਅੱਗੇ ਉਸ ਉਪਦੇਸ਼ ਨੂੰ ਸੁਣਾਉਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਰੱਬ ਦੇ ਪਿਆਰੇ ਕਿਹੋ ਜਿਹੇ ਹੁੰਦੇ ਨੇ। ਕੋਈ ਉਪਦੇਸ਼ ਗਾਉਂਦਾ, ਕੋਈ ਉਪਦੇਸ਼ ਸੁਣਦਾ, ਕੋਈ ਰੱਬ ਦੀ ਰਾਹ ਤੇ ਤੁਰ ਕੇ ਗੁਰੂ ਦਾ ਦੱਸਿਆ ਸੁਨੇਹਾ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ। ਮਹਾਰਾਜ ਕਹਿੰਦੇ ਫਿਰ ਜਿਹੜਾ ਗਾਉਂਦਾ ਵੀ ਹੈ, ਸੁਣਦਾ ਵੀ ਹੈ, ਉਪਦੇਸ਼ ਕਰਦਾ ਵੀ ਹੈ, ਜ਼ਿੰਦਗੀ ਅੰਦਰ ਵਸਾਉਂਦਾ ਵੀ ਹੈ, ਮਹਾਰਾਜ ਕਹਿੰਦੇ ਤਿਸਕਾ ਹੋਏ ਉਧਾਰ। ਉਧਾਰ ਦਾ ਅਰਥ ਪਾਰ ਉਤਾਰਾ ਹੋ ਜਾਣਾ। ਉਸ ਮਨੁੱਖ ਦਾ, ਉਸ ਪ੍ਰਾਣੀ ਦਾ ਉਧਾਰ ਹੋ ਗਿਆ। ਵਿਕਾਰਾਂ ਤੋਂ, ਬੰਧਨਾਂ ਤੋਂ, ਮਾਇਆ ਤੋਂ ਖਲਾਸੀ ਹੋ ਗਈ ਹੈ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ, ਕਿਲ ਵਿਖ ਕਾਟੈ ਹੋਏ ਨਿਰਮਲਾ। ਕਿਲ ਵਿਖ ਦਾ ਅਰਥ ਹੁੰਦਾ ਜੀ ਪਾਪ। ਇਹ ਗੱਲ ਚੇਤੇ ਰੱਖਿਓ, ਅੰਦਰ ਦੇ ਪਾਪ ਬੰਦਾ ਕਿਵੇਂ ਕੱਟੇਗਾ। ਅੱਗੇ ਆਪਾਂ ਅੱਜ ਚੌਥੇ ਪਾਤਸ਼ਾਹ ਦੇ ਜੀਵਨ ਅੰਦਰੋਂ ਵੀ ਇਹ ਗੱਲ ਨੂੰ ਵਿਚਾਰਾਂਗੇ। ਸਾਖੀ ਦੇ ਅੰਦਰ ਇਹ ਗੱਲ ਆਵੇਗੀ, ਤੀਰਥਾਂ ਬਾਰੇ। ਅੰਦਰ ਦੇ ਪਾਪ ਕਿਵੇਂ ਕੱਟੇ ਜਾਣਗੇ। ਕੋਈ ਤੀਰਥ ਉੱਤੇ ਇਸ਼ਨਾਨ ਕਰਦਾ, ਕੋਈ ਉਪਾਅ ਕਰਦਾ, ਕੋਈ ਉਪਾਅ ਕਰਦਾ ਵੀ ਸਾਡੇ ਪਾਪ ਕੱਟੇ ਜਾਣ। ਪਰ ਪਾਤਸ਼ਾਹ ਜੀ ਕਹਿੰਦੇ ਪਾਪ ਕੱਟਣ ਦਾ ਇੱਕੋ ਤਰੀਕਾ ਹੈ, ਨਿਰਮਲ ਹੋਣ ਦਾ ਇੱਕੋ ਤਰੀਕਾ ਹੈ, ਗਾਉਣਾ, ਸੁਣਨਾ ਤੇ ਮਨ ਅੰਦਰ ਵਸਾਉਣਾ। ਪਾਤਸ਼ਾਹ ਨੇ ਇੱਕ ਗੱਲ ਹੋਰ ਬੜੀ ਪਿਆਰੀ ਆਖੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤ ਦਾ ਅਰਥ ਹੈ ਕਬੂਲ ਹੈ। ਇਹ ਗੱਲ, ਇਹ ਸੱਤ ਹੈ, ਇਹ ਤੋਂ ਅੱਗੇ ਮੇਰਾ ਕੋਈ ਹੋਰ ਜ਼ੋਰ ਨਹੀਂ ਚੱਲ ਸਕਦਾ। ਮਹਾਰਾਜ ਕਹਿੰਦੇ ਗਾਉਣਾ, ਸੁਣਨਾ ਉਹਨਾਂ ਦਾ ਪ੍ਰਵਾਨ ਹੈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੱਤ ਕਹਿ ਕੇ ਕਬੂਲ ਕਰ ਲਿਆ, ਮੰਨ ਲਿਆ। ਇੱਥੇ ਇਹੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਗਾਉਣ ਵਾਲਾ, ਸੁਣਨ ਵਾਲਾ, ਵਿਚਾਰਨ ਵਾਲਾ, ਉਪਦੇਸ਼ ਦ੍ਰਿੜ ਕਰਕੇ ਹੋਰਾਂ ਨੂੰ ਸੁਣਾਉਣ ਵਾਲਾ, ਪਾਤਸ਼ਾਹ ਜੀ ਕਹਿੰਦੇ ਉਸ ਬੰਦੇ ਦਾ ਉਧਾਰ ਹੋ ਜਾਂਦਾ ਹੈ। ਕਿਲ ਵਿਖ ਕਾਟੇ ਹੋਏ ਨਿਰਮਲਾ, ਕਿਉਂਕਿ ਉਹਦੇ ਕਿਲ ਵਿਖ ਨੇ ਜਿਹੜੇ ਕੱਟੇ ਗਏ ਨੇ, ਪਾਪ ਕੱਟੇ ਗਏ ਨੇ। ਤੀਰਥ ਉੱਤੇ ਇਸ਼ਨਾਨ ਕਰਕੇ ਪਾਪ ਨਹੀਂ ਕੱਟੇ ਜਾਂਦੇ। ਪਾਣੀ ਅੰਦਰ ਸਰੀਰ ਧੋ ਕੇ ਕਦੇ ਮਨ ਦੀ ਮੈਲ ਨਹੀਂ ਉਤਰਿਆ ਕਰਦੀ। ਜੇ ਆਖਾਂਗੇ ਵੀ ਹਾਂ ਮੈਂ ਫਲਾਣੇ ਥਾਂ ਤੇ ਇਸ਼ਨਾਨ ਕਰ ਲਿਆ, ਮੇਰੀ ਮੈਲ ਉਤਰ ਗਈ, ਇਹ ਤਾਂ ਹਿੰਦੂ ਮਤ ਵਿੱਚ ਹੈ ਜੀ ਸਭ ਕੁਝ। ਪਰ ਗੁਰਮਤ ਜਿਹੜਾ ਸਿੱਖ ਧਰਮ ਹੈ, ਸਾਡਾ ਨਿਆਰਾ ਪੰਥ ਹੈ, ਉਹ ਨਿਆਰੀ ਗੱਲ ਕਰਦਾ, ਵੱਖਰੀ ਗੱਲ ਕਰਦਾ ਹੈ। ਗੁਰੂ ਨੇ ਇਹਨਾਂ ਕਰਮਕਾਂਡੀ ਜਾਲ ਵਿੱਚੋਂ ਕੱਢ ਕੇ ਇੱਕ ਸੱਚ ਦਾ ਮਾਰਗ, ਸੱਚ ਦਾ ਰਾਹ ਸਾਨੂੰ ਵਿਖਾਇਆ। ਭਾਈ ਇਸ ਰਾਹ ਤੇ ਆ। ਕਿਲ ਵਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਜਨਮਾਂ ਜਨਮੰਤਰਾਂ ਦੀ ਲੱਗੀ ਮੈਲ ਆ ਜਿਹੜੀ ਉਤਰ ਜਾਂਦੀ ਹੈ। ਦੁਬਾਰਾ ਫਿਰ ਮੈਂ ਇੱਕ ਲੜੀ ਦੇ ਵਿੱਚ ਗੱਲ ਕਰ ਦਵਾਂ। ਗੁਰੂ ਸਾਹਿਬ ਨੇ ਗਾਉਣ ਵਾਲੇ ਦੀ, ਸੁਣਨ ਵਾਲੇ ਦੀ, ਜਿਹੜਾ ਰੱਬ ਦੇ ਉਪਦੇਸ਼ ਨੂੰ ਗਾਉਂਦਾ, ਸੁਣਦਾ, ਦ੍ਰਿੜ ਕਰਦਾ, ਉਹਦਾ ਉਧਾਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਉਹਦੇ ਪਾਪ ਵੀ ਕੱਟੇ ਜਾਂਦੇ ਨੇ, ਉਹ ਨਿਰਮਲ ਹੋ ਜਾਂਦਾ ਹੈ, ਉਹਦੇ ਜਨਮਾਂ ਜਨਮੰਤਰਾਂ ਦੀ ਮੈਲ ਕੱਟੀ ਜਾਂਦੀ ਹੈ। ਮੈਲ ਕਿਹੜੀ ਹੁੰਦੀ ਹੈ ਜੀ? ਜਨਮ ਜਨਮ ਕਿਸ ਮਨ ਕੋ ਲਾਗੀ, ਕਾਲਾ ਹੋਆ ਸ਼ਿਆ। ਜਨਮਾਂ ਜਨਮੰਤਰਾਂ ਦੀ ਮੈਲ ਮਨ ਨੂੰ ਲੱਗੀ ਹੋਈ ਹੈ। ਭਾਵ ਜੋ ਅਸੀਂ ਇੱਥੇ ਕਰਮ ਕਰਦੇ ਹਾਂ ਨਾ, ਕਰਮ ਮਨੁੱਖਾ ਸਰੀਰ ਦੇ ਰਾਹੀਂ ਜੋ ਕਰਮ ਕਰਦੇ ਹਾਂ, ਚੰਗਾ ਵੀ ਕਰਦੇ ਹਾਂ, ਮਾੜਾ ਵੀ ਕਰਦੇ ਹਾਂ। ਮਾੜਾ ਕਰਮ ਕੀਤਾ, ਉਹਦੀ ਮੈਲ ਲੱਗ ਗਈ ਹੈ, ਉਹਦੇ ਨਾਲ ਜੀਵਨ ਦਾਗੀ ਹੋ ਜਾਂਦਾ ਹੈ। ਜੀਵਨ ਨੂੰ ਬੇਦਾਗ ਕਰਨ ਵਾਸਤੇ ਨਾ, ਬੇਦਾਗ ਜੀਵਨ ਕਰਨ ਵਾਸਤੇ ਪਾਤਸ਼ਾਹ ਜੀ ਕਹਿ ਰਹੇ ਨੇ ਪਰਮਾਤਮਾ ਦਾ ਨਾਮ ਜਪਣਾ ਪਵੇਗਾ, ਉਹਨੂੰ ਧਿਆਉਣਾ ਪਵੇਗਾ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਹਲਤ ਪਲਤ ਮੁਖ ਉਜਲਾ, ਨੈ ਪੋਹੈ ਤੇ ਸਮਾਏ। ਉਹਦਾ ਹਲਤ ਅਤੇ ਪਲਤ, ਅੱਗੇ ਪਾਛੇ ਕਹਿ ਲਓ, ਹਲਤ ਪਲਤ ਕਹਿ ਲਓ, ਉਜਲਾ ਹੋ ਗਿਆ,
ਵਧੀਆ ਬਣ ਗਿਆ ਅਤੇ ਉਹਨੂੰ ਮਾਇਆ ਪੋਹ ਨਹੀਂ ਸਕਦੀ। ਸਤਿਗੁਰ ਮਹਾਰਾਜ ਇੱਥੇ ਆਪਾਂ ਨੂੰ ਜਿਹੜੀ ਵਿਚਾਰ ਦੇ ਰਹੇ ਨੇ, ਇਹਨਾਂ ਵਿਚਾਰਾਂ ਦੇ ਅੰਦਰ ਪਰਲੋਕ ਵੀ ਉਜਲਾ ਹੋ ਗਿਆ, ਲੋਕ ਤੇ ਪਰਲੋਕ। ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਦੀ ਮੈਲ ਉਤਰ ਗਈ, ਉਜਲਾ ਦਾ ਅਰਥ ਰੋਸ਼ਨ ਹੋ ਗਿਆ। ਹਲਤ ਪਲਤ ਹੋਏ ਉਜਲਾ ਨਹਿ ਪੋਹੈ ਤੇ ਸਮਾਏ। ਅੱਗੇ ਮਹਾਰਾਜ ਸਮਝਾ ਰਹੇ ਨੇ ਜੀ ਉਹਦੀ ਜ਼ਿੰਦਗੀ ਵਿੱਚ ਕੀ ਪਲਟਾ ਹੁੰਦਾ, ਕਿਸ ਤਰ੍ਹਾਂ ਦੀ ਜ਼ਿੰਦਗੀ ਬਣਦੀ ਹੈ। ਮਹਾਰਾਜ ਕਹਿੰਦੇ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ। ਸੁਰਤਾ ਦਾ ਅਰਥ ਹੈ ਜੀ ਜਿਸ ਨੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜੀ ਹੋਈ ਹੈ। ਸੁਰਤਾ ਜਿਹਨੂੰ ਆਪਾਂ ਕਹਿੰਦੇ ਹਾਂ ਧਿਆਨ ਲਾਉਣਾ, ਲਿਵ ਜੋੜਨੀ। ਸੁਰਤੀ ਵਾਲਾ ਕੌਣ ਹੁੰਦਾ ਹੈ? ਕਿਸੇ ਸਾਹਮਣੇ ਵਿਖਾਵਾ ਕਰਨਾ, ਅੱਖਾਂ ਮਿਟਣੀਆਂ ਜਾਂ ਹੋਰ ਇਤਿਆਦਿਕ ਬੜਾ ਕੁਝ ਕਰਨਾ। ਪਾਤਸ਼ਾਹ ਜੀ ਨੇ ਇੱਕ ਬੜੀ ਪਿਆਰੀ ਗੱਲ ਆਖੀ ਜੀ। ਪਾਤਸ਼ਾਹ ਜੀ ਕਹਿੰਦੇ ਅੱਖੀਂ ਤਾਂ ਮਿਟੈ ਨਾਕ ਪਕੜੈ ਠੱਗਣ ਕਉ ਸੰਸਾਰ। ਗੁਰੂ ਨਾਨਕ ਸਾਹਿਬ ਦੇ ਵੇਲੇ ਇਸ ਤਰ੍ਹਾਂ ਦੇ ਲੋਕ ਬਾਬੇ ਨੂੰ ਬੜੇ ਮਿਲਦੇ ਸੀ ਵੱਖ-ਵੱਖ ਪਹਿਰਾਵਿਆਂ ਦੇ ਅੰਦਰ। ਉਹਨੇ ਤੇ ਸੁਰਤਾ ਦਾ ਅਰਥ ਹੈ ਸੁਰਤ ਟਿਕਾਉਣੀ। ਆਪਾਂ ਗੁਰੂ ਕੇ ਦਰਬਾਰ ਅੰਦਰ ਹਾਜ਼ਰੀ ਭਰਦੇ ਹਾਂ, ਆਪਣੀ ਸੁਰਤ ਨੂੰ ਸ਼ਬਦ ਅੰਦਰ ਜੋੜਦੇ ਹਾਂ। ਜਦੋਂ ਸਾਡੀ ਸੁਰਤ ਗੁਰਬਾਣੀ ਦੇ ਗਿਆਨ ਅੰਦਰ ਖੁੱਭ ਗਈ, ਜੁੜ ਗਈ, ਉਹਨੂੰ ਮਹਾਰਾਜ ਕਹਿੰਦੇ ਸੁਰਤ ਵਾਲਾ ਬਣ ਗਿਆ। ਹੁਣ ਉਹ ਸੁਰਤ ਨਾਲ ਜ਼ਿੰਦਗੀ ਅੰਦਰ ਪਲਟਾ ਆਉਂਦਾ ਹੈ, ਜ਼ਿੰਦਗੀ ਬਦਲਦੀ ਹੈ। ਸੱਚਮੁੱਚ ਜਦੋਂ ਬੰਦਾ ਅੰਤਰ ਧਿਆਨ ਹੁੰਦਾ ਹੈ, ਇੱਕ ਹੁੰਦਾ ਹੈ ਵਿਖਾਵਾ ਕਰਨਾ, ਇੱਕ ਸੱਚਮੁੱਚ ਅੱਖਾਂ ਮੀਟ ਕੇ ਕਹਿ ਲਓ, ਕਿਸੇ ਤਰੀਕੇ ਨਾਲ ਕਹਿ ਲਓ, ਆਪਣੀ ਸੁਰਤ ਨੂੰ ਉਸ ਮਾਲਕ ਦੇ ਚਰਨਾਂ ਅੰਦਰ ਜੋੜਨਾ, ਆਪਣੀ ਸੁਰਤ ਨੂੰ ਉਸ ਵਾਹਿਗੁਰੂ ਦੇ ਸ਼ਬਦ ਅੰਦਰ ਜੋੜਨਾ। ਇੱਥੇ ਇਹੀ ਗੱਲ ਮਹਾਰਾਜ ਕਹਿ ਰਹੇ ਨੇ ਸੋ ਸੁਰਤਾ ਸੋ ਬੈਸਨੋ। ਬੈਸਨੋ ਕਿਹਨੂੰ ਕਿਹਾ ਜਾਂਦਾ ਜੀ? ਵੈਸ਼ਨੂੰ ਪਿੱਛੇ ਵੀ ਸ਼ਬਦ ਆਇਆ ਸੀ ਜੀ। ਉੱਚੇ ਆਚਰਨ ਵਾਲਾ ਭਗਤ ਵੈਸ਼ਨੂੰ, ਬਿਲਕੁਲ ਕਿਸੇ ਪ੍ਰਕਾਰ ਦਾ ਕੋਈ ਲੋਭ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੈ। ਸਾਡੀ ਜੇ ਅਸੀਂ ਦੁਨਿਆਵੀ ਤੌਰ ਤੇ ਗੱਲ ਕਰਾਂਗੇ ਨਾ, ਸਾਡੀ ਮੰਗ ਵੱਖੋ ਵੱਖਰੀ ਹੁੰਦੀ ਹੈ। ਮਹਾਰਾਜ ਮੈਂ ਇੰਨੇ ਦਿਨ ਸੇਵਾ ਕਰੂੰਗਾ, ਇੰਨੇ ਦਿਨ ਮੈਂ ਹਾਜ਼ਰੀ ਭਰੂੰਗਾ, ਮੇਰੀਆਂ ਕੁਝ ਮੰਗਾਂ ਨੇ ਇਹ ਪੂਰੀਆਂ ਕਰੇਗਾ ਜੇ ਤਾਂ। ਸ਼ਰਤਾਂ ਰੱਖਦੇ ਆ ਨਾ ਅਸੀਂ, ਬਾਬਾ ਤੇਰੇ ਦਰਬਾਰ ਵਿੱਚ ਰੋਜ਼ ਆਵਾਂਗੇ, ਰੋਜ਼ ਆ ਕੇ ਹਾਜ਼ਰੀ ਭਰਾਂਗੇ, ਪਰ ਮੇਰੀਆਂ ਆਹ ਸ਼ਰਤਾਂ ਪੂਰੀਆਂ ਕਰ। ਗੁਰੂ ਅੱਗੇ ਆਪਣੀਆਂ ਸ਼ਰਤਾਂ ਬਹੁਤ ਅਸੀਂ ਰੱਖਦੇ ਹਾਂ, ਪਰ ਪਾਤਸ਼ਾਹ ਜੀ ਨੇ ਕਦੇ ਮਨਾ ਨਹੀਂ ਕੀਤਾ। ਕਿੰਨੀਆਂ ਮਰਜ਼ੀ ਸ਼ਰਤਾਂ ਰੱਖੀ ਜਾ, ਪਰ ਮਹਾਰਾਜ ਕਹਿੰਦੇ ਪੂਰੀਆਂ ਹੋਣਗੀਆਂ ਜ਼ਰੂਰ ਜੇ ਮੇਰੀ ਇੱਕ ਗੱਲ ਮੰਨ ਲਵੇਂਗਾ। ਪਹਿਲਾਂ ਗੁਰੂ ਦੀ ਗੱਲ ਮੰਨ ਕੇ ਚੱਲਣਾ ਪਵੇਗਾ, ਫਿਰ ਤੇਰੇ ਮਨ ਦੇ ਫੁਰਨੇ ਨੇ, ਜਿਹੜੇ ਮਨ ਦੇ ਖਿਆਲ ਨੇ, ਪੂਰੇ ਹੋ ਸਕਦੇ ਨੇ ਜਦੋਂ ਗੁਰੂ ਅੰਦਰ ਆ ਗਿਆ। ਮਹਾਰਾਜ ਕਹਿੰਦੇ ਵੈਸ਼ਨ ਉਹ ਹੁੰਦਾ ਉੱਚੇ ਜੀਵਨ ਵਾਲਾ ਭਗਤ, ਆਚਰਣ ਵਾਲਾ, ਕਿਰਦਾਰ ਵਾਲਾ। ਸੋ ਗਿਆਨੀ ਤਨਵੰਤ। ਮਹਾਰਾਜ ਕਹਿੰਦੇ ਉਹ ਗਿਆਨੀ ਹੈ, ਤਨਵੰਤ ਹੈ। ਪਾਤਸ਼ਾਹ ਜੀ ਜਿਹੜੇ ਆਪਾਂ ਨੂੰ ਵਿਚਾਰ ਦੇ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ ਉੱਚੇ ਜੀਵਨ ਵਾਲਾ ਬਣ ਗਿਆ, ਉਹ ਗਿਆਨੀ ਬਣ ਗਿਆ, ਉਹ ਮਾਲਕ ਦਾ ਭਜਨ ਕਰਨ ਵਾਲਾ ਬਣ ਗਿਆ, ਵਿਕਾਰਾਂ ਤੋਂ ਰਹਿਤ ਉਹਦੀ ਜ਼ਿੰਦਗੀ ਹੋ ਗਈ, ਸੂਰਮਾ ਬਣ ਗਿਆ ਉਹ। ਗਿਆਨੀ ਕਿਹਨੂੰ ਕਿਹਾ ਜਾਂਦਾ? ਜਿਹਦੇ ਕੋਲ ਕੁਝ ਹੋਵੇ, ਗਿਆਨ ਹੋਵੇ, ਜਿਹੜਾ ਚੇਤਨ ਹੁੰਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ। ਮਹਾਰਾਜ ਕਹਿੰਦੇ ਸੂਰਾ ਦਾ ਅਰਥ ਹੁੰਦਾ ਜੀ ਸੂਰਮਾ। ਸੂਰਮਾ ਵੀ ਉਹ ਆ ਤੇ ਕੁਲਵੰਤ ਦਾ ਅਰਥ ਹੈ ਉੱਚੀ ਕੁਲ ਵਾਲਾ, ਉੱਚੇ ਕਿਰਦਾਰ ਦਾ ਮਾਲਕ, ਉੱਚੇ ਆਚਰਣ ਵਾਲਾ। ਕੌਣ ਹੈ? ਜਿਹਨੇ ਉਸ ਮਾਲਕ ਨੂੰ ਭਜ ਲਿਆ, ਯਾਦ ਕਰ ਲਿਆ, ਜ਼ਿੰਦਗੀ ਦਾ ਆਧਾਰ ਬਣਾ ਲਿਆ। ਅੱਗੇ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ। ਇਹਨੂੰ ਧਿਆਨ ਨਾਲ ਸਮਝੋ ਜੀ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਧਰੈ ਸਿਮਰ ਚੰਡਾਲ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ, ਪਾਤਸ਼ਾਹ ਜੀ ਕਹਿੰਦੇ ਖੱਤਰੀ ਵੀ ਤਰ ਗਿਆ, ਬ੍ਰਾਹਮਣ ਵੀ ਤਰ ਗਿਆ, ਸ਼ੂਦ ਵੀ ਤਰ ਗਿਆ, ਵੈਸ ਵੀ ਤਰ ਗਿਆ। ਪਾਤਸ਼ਾਹ ਜੀ ਕਹਿ ਰਹੇ ਨੇ ਉਧਰੈ ਸਿਮਰ ਚੰਡਾਲ। ਉਧਰੇ ਦਾ ਤਰ ਗਿਆ, ਚੰਡਾਲ ਭੈੜੇ ਤੋਂ ਭੈੜਾ ਬੰਦਾ ਵੀ ਤਰ ਗਿਆ, ਜਿਹਨੇ ਪਰਮਾਤਮਾ ਨੂੰ ਚੇਤੇ ਕਰਿਆ, ਯਾਦ ਕਰਿਆ।
ਜਿਹਨੇ ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕੀਤਾ ਨਾ, ਜ਼ਿੰਦਗੀ ਅੰਦਰ ਸੱਚਮੁੱਚ, ਇੱਕ ਤਾਂ ਹੁੰਦਾ ਵਿਖਾਵਾ ਕਰਨਾ, ਇੱਕ ਹੁੰਦਾ ਸੱਚਮੁੱਚ ਦਿਲ ਨਾਲ ਕੰਮ ਕਰਨਾ। ਪਾਤਸ਼ਾਹ ਜੀ ਕਹਿੰਦੇ ਉਹ ਤਰ ਗਿਆ। ਹੁਣ ਇੱਥੇ ਸ਼ਬਦ ਵਰਤਿਆ ਜੀ, ਖੱਤਰੀ ਬ੍ਰਾਹਮਣ ਛੂਤ ਵੈਸ, ਇਹ ਸਭ ਮਨੁ ਸਮ੍ਰਿਤੀ ਦੀ ਦੇਣ ਹੈ। ਸਾਡਾ ਸੰਸਾਰ, ਸਾਡਾ ਸਮਾਜ ਵੱਖ-ਵੱਖ ਬਿਰਾਦਰੀਆਂ ਵਿੱਚ ਵੰਡ ਦਿੱਤਾ ਗਿਆ। ਵੈਸੇ ਆਪਾਂ ਸਾਰੇ ਤਾਂ ਇੱਕੋ ਹੀ ਹਾਂ ਜੀ। ਹਾਂ, ਕਿਸੇ ਕੋਲ ਧਨ ਵੱਧ ਹੈ, ਕਿਸੇ ਕੋਲ ਘੱਟ ਹੈ, ਪ੍ਰਾਪਰਟੀ ਕਿਸੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ। ਕੋਈ ਬੰਦਾ ਦਿਹਾੜੀ ਕਰਦਾ, ਕੋਈ ਬੰਦਾ ਬਿਜ਼ਨਸ ਕਰਦਾ, ਹਰ ਇੱਕ ਬੰਦਾ ਆਪੋ ਆਪਣੇ ਕਾਰਜ ਅੰਦਰ ਲੱਗਿਆ ਹੋਇਆ। ਬਹੁਤ ਸਾਡੇ ਇਸ ਸੰਸਾਰ ਅੰਦਰ ਕਿੱਤੇ ਸੀ। ਕੋਈ ਕਾਸੇ ਦਾ ਕੰਮ ਕਰਨ ਵਾਲਾ ਸੀ, ਕੋਈ ਕਾਸੇ ਦਾ ਕੰਮ ਕਰਨ ਵਾਲਾ ਸੀ। ਕਿੱਤਿਆਂ ਤੋਂ ਉਸ ਕਿੱਤੇ ਦੇ ਤਹਿਤ ਜਿਹੜਾ ਕੰਮ ਕਰਦੇ ਸੀ ਉਹਨਾਂ ਨੂੰ ਉਸੇ ਤਰ੍ਹਾਂ ਪੁਕਾਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਰੱਬ ਦੀ ਬਣਾਈ ਹੋਈ ਕੋਈ ਜ਼ਾਤ ਨਹੀਂ ਹੈ। ਇਹ ਗੱਲ ਆਪਣੇ ਪੱਲੇ ਬੰਨ੍ਹ ਲਈਏ। ਗੁਰਬਾਣੀ ਵਾਰ-ਵਾਰ ਇਸ ਇੱਧਰ ਸਾਡਾ ਧਿਆਨ ਦਿਵਾਉਂਦੀ ਹੈ, ਰੱਬ ਦੀ ਬਣਾਈ ਹੋਈ ਕੋਈ ਜ਼ਾਤ ਨਹੀਂ ਹੈ। ਇਹ ਸਭ ਧਰਮਾਂ ਦੇ ਝਗੜੇ ਨੇ। ਇੱਥੇ ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਗੁਰਬਾਣੀ ਨੇ, ਸਤਿਗੁਰੂ ਦੀ ਸਿੱਖਿਆ ਨੇ ਸਾਨੂੰ ਸਭ ਨੂੰ ਇੱਕੋ ਜਿਹਾ ਬਣਾ ਦਿੱਤਾ, ਬਰਾਬਰ ਕਰ ਦਿੱਤਾ। ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ, ਇੱਕ ਪ੍ਰਮਾਤਮਾ ਤੋਂ ਸਭ ਕੁਝ ਪੈਦਾ ਹੋਇਆ। ਠੀਕ ਹੈ, ਕੋਈ ਬੰਦਾ ਕਿੱਤਾ ਕੋਈ ਕਰਦਾ, ਕੋਈ ਬੰਦਾ ਕਿੱਤਾ ਕੋਈ ਕਰਦਾ। ਇੱਥੇ ਤਾਂ ਕਰਕੇ ਸ਼ਬਦ ਵਰਤਿਆ, ਖੱਤਰੀ ਵੀ, ਬ੍ਰਾਹਮਣ ਵੀ, ਸ਼ੂਦ ਵੀ ਤੇ ਵੈਸ ਵੀ ਤਰ ਗਏ ਨੇ ਸਾਰੇ, ਜਿਨ੍ਹਾਂ ਨੇ ਪ੍ਰਮਾਤਮਾ ਦਾ ਭਜਨ ਕਰਿਆ, ਵਾਹਿਗੁਰੂ ਦਾ ਸਿਮਰਨ ਜਪਿਆ। ਚੰਡਾਲ ਤੋਂ ਚੰਡਾਲ ਵਿਅਕਤੀ, ਚੰਡਾਲ ਕਿਹਨੂੰ ਕਿਹਾ ਜਾਂਦਾ ਜੀ? ਭੈੜੇ ਬੰਦੇ ਨੂੰ। ਇਹ ਬੰਦਾ ਬਹੁਤ ਚੰਡਾਲ ਹੈ। ਚੰਡਾਲ ਤੋਂ ਚੰਡਾਲ ਬੰਦੇ ਵੀ ਤਰ ਗਏ ਨੇ। ਮਹਾਰਾਜ ਅੱਗੇ ਕਹਿ ਰਹੇ ਨੇ ਜੀ, ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸੈ ਰਵਾਲ। ਪਾਤਸ਼ਾਹ ਜੀ ਕਹਿ ਰਹੇ ਨੇ, ਜਿਸ ਮਨੁੱਖ ਨੇ ਆਪਣੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ਨਾ, ਨਾਨਕ ਉਸ ਦੇ ਚਰਨਾਂ ਦੀ ਧੂੜ ਮੰਗਦਾ। ਇਹ ਅੱਖਰੀ ਅਰਥ ਨੇ ਜੀ। ਇਹ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਜਿਨ੍ਹਾਂ ਨੇ ਉਸ ਮਾਲਕ ਦੀ ਪਛਾਣ ਕਰ ਲਈ, ਸਨਾਖਤ ਕਰ ਲਈ। ਪਾਤਸ਼ਾਹ ਜੀ ਕਹਿੰਦੇ, ਨਾਨਕ ਤਿਸੈ ਰਵਾਲ। ਪਾਤਸ਼ਾਹ ਜੀ ਨੇ ਕਿੱਡੀ ਨਿਮਰਤਾ ਦੇ ਅੰਦਰ ਕਿੰਨੇ ਪਿਆਰੇ ਸ਼ਬਦ ਕਹੇ ਨੇ। ਰੱਬ ਨੂੰ ਜਪਣ ਵਾਲੇ, ਰੱਬ ਨੂੰ ਯਾਦ ਕਰਨ ਵਾਲੇ ਉਹ ਸੰਸਾਰ ਤੋਂ ਤਰ ਜਾਂਦੇ ਨੇ। ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਕੋਲ ਬੈਠਾਂ, ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਾਂ। ਇਹ ਸ਼ਬਦ ਬਾਣੀ ਵਿੱਚ ਆਪਾਂ ਅਕਸਰ ਪੜ੍ਹਦੇ ਹਾਂ।